ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 154 ਤੋਂ ਲੈ ਕੇ 155 ਤੱਕ ਦੀ ਬਾਣੀ 'ਤੇ ਵਿਚਾਰ ਕਰਦੇ ਹਾਂ ਜੀ। ਗੌੜੀ ਮਹੱਲਾ ਪਹਿਲਾ। ਜਿਨ ਅਕਥ ਕਹਾਇਆ ਅਪਿਓ ਪਿਆਇਆ, ਅਨ ਪੈ ਵਿਸਰੇ ਨਾਮ ਸਮਾਇਆ। ਕਿਆ ਡਰੀਏ ਡਰ ਡਰੈ ਸਮਾਨਾ, ਪੂਰੇ ਗੁਰ ਕੈ ਸ਼ਬਦ ਪਛਾਨਾ। ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਜਿਸ ਗੁਰੂ ਨੇ ਸਾਡੇ ਕੋਲੋਂ ਵਾਹਿਗੁਰੂ ਜੀ ਦੇ ਗੁਣਾਂ ਦਾ ਗਾਇਨ ਕਰਵਾਇਆ ਅਤੇ ਸਾਨੂੰ ਉਹਦਾ ਅੰਮ੍ਰਿਤ ਰੂਪੀ ਨਾਮ ਪੀਣ ਨੂੰ ਦਿੱਤਾ, ਕਹਿੰਦੇ ਉਸ ਗੁਰੂ ਦੇ ਲੜ ਲੱਗ ਕੇ ਪੂਰਾ ਗੁਰ ਕੇ ਸ਼ਬਦ ਪਛਾਨਾ। ਉਸ ਗੁਰੂ ਦੇ ਲੜ ਲੱਗ ਕੇ ਉਹਦੇ ਸ਼ਬਦ ਦੇ ਰਾਹੀਂ ਵਾਹਿਗੁਰੂ ਜੀ ਦੇ ਨਾਲ ਜਾਣ ਪਹਿਚਾਣ ਹੁੰਦੀ ਆ। ਕਹਿੰਦੇ ਵਾਹਿਗੁਰੂ ਜੀ ਦੇ ਨਾਲ ਜਾਣ ਪਹਿਚਾਣ ਹੋਣ ਦੇ ਨਾਲ ਜਦੋਂ ਵਾਹਿਗੁਰੂ ਜੀ ਦਾ ਡਰ ਅਦਬ ਸਾਡੇ ਮਨ ਦੇ ਵਿੱਚ ਆ ਜਾਂਦਾ, ਫਿਰ ਹੋਰ ਸਾਰੇ ਸੰਸਾਰ ਦੇ ਡਰ ਉਹਦੇ ਵਿੱਚ ਹੀ ਲੁਕ ਜਾਂਦੇ ਨੇ, ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਵਾਹਿਗੁਰੂ ਜੀ ਦੇ ਡਰ ਵਿੱਚ ਫਿਰ ਸਾਨੂੰ ਹੋਰ ਕਿਸੇ ਦਾ ਡਰ ਨਹੀਂ ਰਹਿੰਦਾ ਅਤੇ ਜੀਵ ਨਾਮ ਦੇ ਵਿੱਚ ਸਮਾ ਜਾਂਦਾ, ਸਾਰੇ ਉਹਦੇ ਭੈ ਵਿਸਰ ਜਾਂਦੇ ਨੇ। ਜਿਸ ਨਰ ਰਾਮ ਹਿਰਦੇ ਹਰ ਰਾਸ, ਸਹਿਜ ਸੁਭਾਏ ਮਿਲੇ ਸਾਵਾਸ। ਜਿਸ ਜੀਵ ਦੇ ਕਹਿੰਦੇ ਹਿਰਦੇ ਘਰ ਵਿੱਚ ਵਾਹਿਗੁਰੂ ਜੀ ਦੇ ਨਾਮ ਦੀ ਪੂੰਜੀ ਵਸ ਜਾਂਦੀ ਆ, ਉਹ ਫਿਰ ਆਤਮਿਕ ਅਡੋਲਤਾ ਵਿੱਚ ਸਮਾ ਜਾਂਦਾ ਅਤੇ ਉਹਨੂੰ ਫਿਰ ਸ਼ਾਬਾਸ਼ੇ ਮਿਲਦੀ ਆ। ਜਾਹੇ ਸਵਾਰੈ ਸਾਜ ਬਿਆਲ, ਇਤ ਉਤ ਮਨ ਮੁਖ ਬਾਧੇ ਕਾਲ। ਕਹਿੰਦੇ ਜਿਸ ਜੀਵ ਨੂੰ ਵਾਹਿਗੁਰੂ ਜੀ ਦਿਨ ਰਾਤ ਮਾਇਆ ਦੇ ਵਿੱਚ, ਮਾਇਆ ਦੀ ਨੀਂਦ ਸੁਲਾਈ ਰੱਖਦਾ ਵਾਹਿਗੁਰੂ ਜੀ, ਉਹ ਕਹਿੰਦੇ ਮਨਮੁਖ ਹੋ ਜਾਂਦੇ ਨੇ। ਉਹ ਕਹਿੰਦੇ ਫਿਰ ਜਮ ਦੇ ਅਧੀਨ ਹੁੰਦੇ ਨੇ, ਆਤਮਿਕ ਮੌਤ ਦੇ ਅਧੀਨ ਹੁੰਦੇ ਨੇ। ਅਹਨਿਸ ਰਾਮ ਹਿਰਦੈ ਸੇ ਪੂਰੇ, ਨਾਨਕ ਰਾਮ ਮਿਲੇ ਭਰਮ ਦੂਰੇ। ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਦਿਨ ਰਾਤ ਉਸ ਵਾਹਿਗੁਰੂ ਜੀ ਦਾ ਨਾਮ ਆਪਣੇ ਹਿਰਦੇ 'ਚ ਧਿਆਉਂਦੇ ਨੇ, ਉਹ ਪੂਰਨ ਪੁਰਖ ਨੇ। ਉਹ ਕਹਿੰਦੇ ਜੇ ਉਹਨਾਂ ਦੇ ਸਾਰੇ ਜਿਹੜੇ ਭਰਮ ਦੂਰ ਹੋ ਜਾਂਦੇ ਨੇ ਪਰਮਾਤਮਾ ਦਾ ਮਿਲਾਪ ਪਾ ਕੇ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਮਹੱਲਾ ਪਹਿਲਾ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਬੇਦ ਕਥੇ ਆਕਾਰ। ਤੀਨ ਅਵਸਥਾ ਕਹੇ ਵਖਿਆਨ, ਤੁਰੀਆ ਅਵਸਥਾ ਸਤਿਗੁਰ ਤੇ ਹਰਿ ਜਾਨ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਜੀਵ ਤਿੰਨਾਂ ਗੁਣਾਂ ਨੂੰ, ਜਿਹੜੇ ਮਾਇਆ ਦੇ ਤਿੰਨ ਗੁਣ ਨੇ ਉਹਨਾਂ ਵਿੱਚ ਰਹਿੰਦੇ ਨੇ, ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ। ਕਹਿੰਦੇ ਵੇਦ ਵੀ ਇਹਨਾਂ ਤਿੰਨਾਂ ਜਿਹੜੇ ਹੈਗੇ ਨੇ ਗੁਣ, ਉਹਨਾਂ ਦੀ ਅਵਸਥਾ ਦਾ ਬਿਆਨ ਕਰਦੇ ਨੇ, ਉਹਦੇ ਬਾਰੇ ਵਿਖਿਆਨ ਕਰਦੇ ਨੇ ਵੇਦਾਂ ਵਿੱਚ ਵੀ ਇਹਨਾਂ ਤਿੰਨਾਂ ਗੁਣਾਂ ਦੇ ਆਧਾਰ 'ਤੇ ਜੀਵ ਜੰਮਦੇ ਮਰਦੇ ਨੇ। ਜਿਹੜੇ ਕਹਿੰਦੇ ਇਹ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ, ਚੌਥੀ ਅਵਸਥਾ ਤੁਰੀਆ ਅਵਸਥਾ 'ਚ ਪਹੁੰਚ ਜਾਂਦੇ ਨੇ, ਉਹ ਅਵਸਥਾ ਕਹਿੰਦੇ ਸਤਿਗੁਰ ਤੇ ਹਰਿ ਜਾਨ। ਉਹ ਸਤਿਗੁਰ ਤੋਂ ਉਸ ਅਵਸਥਾ ਬਾਰੇ ਪਤਾ ਲੱਗਦਾ। ਉਹ ਅਵਸਥਾ ਉੱਥੇ ਆ ਜਿੱਥੇ ਜੀਵ ਦਾ ਵਾਹਿਗੁਰੂ ਜੀ ਨਾਲ ਮਿਲਾਪ ਹੋ ਜਾਂਦਾ, ਉਹਦਾ ਫਿਰ ਸਤਿਗੁਰ ਤੋਂ ਪਤਾ ਲੱਗਦਾ ਚੌਥੀ ਅਵਸਥਾ ਦਾ। ਫਿਰ ਸਤਿਗੁਰ ਹੀ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਾਉਂਦੇ ਨੇ ਜੀਵ ਦਾ। ਰਾਮ ਭਗਤ ਗੁਰ ਸੇਵਾ ਤਰਨਾ, ਬਹੁੜ ਜਨਮ ਨਾ ਹੋਏ ਹੈ ਮਰਨਾ। ਰਹਾਓ। ਕਹਿੰਦੇ ਜਿਹੜੇ ਜੀਵ ਗੁਰੂ ਦੀ ਦੱਸੀ ਹੋਈ ਸੇਵਾ ਦੀ ਕਾਰ ਕਰਦੇ ਨੇ ਅਤੇ ਰਾਮ ਦੀ ਭਗਤੀ ਕਰਦੇ ਨੇ,
ਸੰਗਤ ਜੀ, ਰਾਮ ਵਾਹਿਗੁਰੂ ਜੀ ਬਾਰੇ ਬਹੁਤ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤਿਆ ਇਹ ਅੱਖਰ। ਇਹ ਜਿਹੜੇ ਰਾਮਚੰਦਰ ਉਹ ਰਾਮ ਨਹੀਂ, ਰਾਮ ਉਹ ਜੋ ਰਮਿਆ ਹੋਇਆ ਸ੍ਰਿਸ਼ਟੀ ਵਿੱਚ, ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਆ। ਰਾਮ ਵਾਹਿਗੁਰੂ ਜੀ ਪਰਮਾਤਮਾ, ਉਹਦੀ ਗੱਲ ਕਰਦੇ ਨੇ। ਕਹਿੰਦੇ ਉਹਦੀ ਭਗਤੀ ਕਰਿਆ ਅਤੇ ਗੁਰੂ ਦੀ ਦੱਸੀ ਸੇਵਾ ਕਰਿਆ, ਫੇਰ ਹੀ ਜੀਵ ਇਸ ਸੰਸਾਰ ਤੋਂ ਤਰ ਜਾਂਦਾ ਹੈ, ਫਿਰ ਉਹਦਾ ਦੁਬਾਰਾ ਜਨਮ ਮਰਨ ਨਹੀਂ ਹੁੰਦਾ। ਚਾਰ ਪਦਾਰਥ ਕਹੇ ਸਭ ਕੋਈ, ਸਿਮਰਤ ਸਾਸਤ ਪੰਡਤ ਮੁਖ ਸੋਈ। ਬਿਨ ਗੁਰ ਅਰਥ ਵਿਚਾਰ ਨ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਕਹਿੰਦੇ ਚਾਰ ਪਦਾਰਥਾਂ ਦੀ ਗੱਲ ਕੀਤੀ ਜਾਂਦੀ ਹੈ ਸੰਸਾਰ ਦੇ ਵਿੱਚ। ਸਿਮਰਿਤੀਆਂ ਸ਼ਾਸਤਰਾਂ ਪੰਡਿਤ ਵੀ ਇਹਨਾਂ ਚਾਰ ਪਦਾਰਥਾਂ ਦੀ ਗੱਲ ਕਰਦੇ ਨੇ। ਇਹ ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਅਰ ਮੋਕਸ਼। ਕਹਿੰਦੇ ਇਹਨਾਂ ਦੇ ਬਾਰੇ ਵਿਚਾਰ ਗੁਰੂ ਤੋਂ ਬਿਨਾਂ ਨਹੀਂ ਪਾਈ ਜਾਂਦੀ। ਕਹਿੰਦੇ ਜਿਹੜੀ ਹੈ ਗੁਰੂ ਤੋਂ ਵਿਚਾਰ ਪਤਾ ਲੱਗਦੀ ਆ ਵੀ ਜਿਹੜਾ ਮੁਕਤ ਪਦਾਰਥ ਆ ਉਹ ਪਰਮਾਤਮਾ ਦੀ ਭਗਤੀ ਕਰਕੇ ਪਾਇਆ ਜਾਂਦਾ। ਮੁਕਤ ਪਦਾਰਥ ਜੋ ਵਿਕਾਰਾਂ ਤੋਂ ਮੁਕਤੀ ਆ ਉਹ ਪਰਮਾਤਮਾ ਦੀ ਭਗਤੀ ਕਰਕੇ ਪਾ ਹੁੰਦੀ ਆ। ਅਸੀਂ ਸਿਰਫ ਉਹਦਾ ਨਾਮ ਜਪਣਾ, ਬਾਕੀ ਸਭ ਕੁਝ ਵਾਹਿਗੁਰੂ ਨੇ ਸਾਡੇ ਲਈ ਕਰਨਾ। ਸਿਰਫ ਤੇ ਸਿਰਫ ਉਹਦਾ ਨਾਮ ਜਪਦੇ ਰਹੀਏ। ਸਾਡੇ ਅੰਦਰੋਂ ਵਿਕਾਰ ਵੀ ਉਹਨੇ ਕੱਢਣੇ ਨੇ, ਸਾਡੇ ਅੰਦਰ ਵਾਹਿਗੁਰੂ ਜੀ ਦਾ ਮਿਲਾਪ ਵੀ ਸਾਡੇ ਨਾਲ ਅੰਦਰੋਂ ਪ੍ਰਗਟ ਕਰਕੇ ਉਹਨੇ ਕਰਵਾਉਣਾ। ਬਸ ਸਿਰਫ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ, ਬਾਕੀ ਸਭ ਕੁਛ ਸੱਚੇ ਪਾਤਸ਼ਾਹ ਜੀ ਨੇ ਸਾਡੇ ਲਈ ਕਰਨਾ। ਜਾ ਕੇ ਹਿਰਦੈ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ। ਕਹਿੰਦੇ ਜਿਹਦੇ ਹਿਰਦੇ ਵਿੱਚ ਉਹ ਪਰਮਾਤਮਾ ਵਸ ਗਿਆ, ਗੁਰਮੁਖ ਭਗਤ ਪ੍ਰਾਪਤ ਹੋਈ। ਕਹਿੰਦੇ ਪ੍ਰਾਪਤ ਕਿੱਦਾਂ ਹੋਣਾ? ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਹਦੀ ਭਗਤੀ ਕਰਨੀ ਆ, ਫਿਰ ਉਹਨੇ ਆ ਕੇ ਹਿਰਦੇ ਵਿੱਚ ਪ੍ਰਗਟ ਹੋ ਜਾਣਾ। ਹਰ ਕੀ ਭਗਤ ਮੁਕਤ ਆਨੰਦ, ਗੁਰਮਤਿ ਪਾਏ ਪਰਮਾਨੰਦ। ਕਹਿੰਦੇ ਹਰੀ ਦੀ ਭਗਤੀ ਕਰਿਆ ਉਸ ਮੁਕਤੀ ਦਾ ਆਨੰਦ ਮਿਲਦਾ, ਔਰ ਗੁਰੂ ਦੀ ਮੱਤ 'ਤੇ ਚੱਲਿਆ ਇਹ ਜਿਹੜਾ ਸਭ ਤੋਂ ਉੱਚਾ ਆਨੰਦ ਆ ਪਰਮਾਤਮਾ ਦੀ ਪ੍ਰਾਪਤੀ ਵਾਲਾ, ਉਹ ਪਰਮ ਆਨੰਦ ਉਹਦੀ ਪ੍ਰਾਪਤੀ ਹੁੰਦੀ ਆ ਗੁਰੂ ਦੀ ਮੱਤ 'ਤੇ ਚੱਲਿਆ। ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮਾਹੇ ਨਿਰਾਸ ਬੁਝਾਇਆ। ਕਹਿੰਦੇ ਜਿਸ ਨੇ ਵੀ ਪਾਇਆ, ਵਾਹਿਗੁਰੂ ਜੀ ਨੇ ਗੁਰੂ ਦੁਆਰਾ ਪਾਇਆ। ਗੁਰੂ ਨੇ ਆਪ ਵਾਹਿਗੁਰੂ ਜੀ ਨੂੰ ਦੇਖਿਆ ਤੇ ਆਪਣੀ ਸ਼ਰਨ ਪੈ ਜੀਵ ਨੂੰ ਦਿਖਾਇਆ। ਜੋ ਫਿਰ ਜੀਵ ਪਰਮਾਤਮਾ ਦਾ ਬਣ ਜਾਂਦਾ, ਪਰਮਾਤਮਾ ਨਾਲ ਜਿਹਦੀ ਜਾਣ ਪਹਿਚਾਣ ਹੁੰਦੀ ਆ, ਫਿਰ ਉਹ ਸੰਸਾਰ ਦੀਆਂ ਆਸਾਂ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ। ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਣੀ ਮਨ ਰਾਤਾ। ਉਹ ਜੀਵ ਫਿਰ ਕਹਿੰਦੇ ਜਿਸ ਦੀ ਵਾਹਿਗੁਰੂ ਜੀ ਦੇ ਨਾਲ ਸਾਂਝ ਪੈ ਜਾਂਦੀ ਆ, ਉਹ ਦੀਨਾ ਨਾਥ, ਜੋ ਗਰੀਬਾਂ ਦਾ ਨਾਥ ਆ, ਮਾਲਕ ਆ, ਜੋ ਸਾਰਿਆਂ ਨੂੰ ਸਾਰੇ ਸੁੱਖ ਦੇਣ ਵਾਲਾ। ਨਾਨਕ ਜੀ ਕਹਿੰਦੇ ਨੇ ਫਿਰ ਉਸ ਜੀਵ ਦਾ ਮਨ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ, ਜੋ ਉਹਦੀ ਭਗਤੀ ਕਰਦਾ। ਗੌੜੀ ਚੇਤੀ ਮਹੱਲਾ ਪਹਿਲਾ, ਅੰਮ੍ਰਿਤ ਕਾਇਆ ਰਹੇ ਸੁਖਾਲੀ, ਬਾਜੀ ਏ ਸੰਸਾਰੋ। ਲੱਭ ਲੋਭ ਮੁੱਚ ਕੂੜ ਕਮਾਵੈ, ਬਹੁਤ ਉਠਾਵੈ ਪਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉ ਤਰ ਉਪਰ ਸ਼ਾਰੋ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਇਸ ਸਰੀਰ ਨੂੰ ਸਮਝਦਾ ਨਹੀਂ ਹੈ ਕਿ ਮੇਰਾ ਸਰੀਰ ਨਾਸ਼ਵੰਤ ਆ, ਸਮਝਦਾ ਮੇਰਾ ਸਰੀਰ ਹਮੇਸ਼ਾ ਹੀ ਰਹਿਣ ਵਾਲਾ, ਅਤੇ ਇਹ ਸੋਚ ਕੇ ਫਿਰ ਸੰਸਾਰ ਦੇ ਵਿੱਚ ਭੋਗ ਪਦਾਰਥਾਂ ਦੇ ਵਿੱਚ ਲੱਗਿਆ ਰਹਿੰਦਾ। ਇਹ ਨਹੀਂ ਸਮਝਦਾ ਕਿ ਜਿਹੜੀ ਇਹ ਸੰਸਾਰ ਦੀ ਇਹ ਖੇਡ ਆ, ਇੱਕ ਖੇਡ ਆ, ਇਹ ਸਦਾ ਲਈ ਨਹੀਂ ਹੈ। ਅਤੇ ਫਿਰ ਕੀ ਕਰਦਾ? ਫਿਰ ਇਹ ਸਾਰੇ ਜਿਹੜੇ ਹੈਗੇ ਨੇ ਲੱਭ ਲੋਭ,
ਹੰਕਾਰ, ਝੂਠ, ਇਹਨਾਂ ਵਿਕਾਰਾਂ ਵਿੱਚ ਫਸਿਆ ਰਹਿੰਦਾ ਅਤੇ ਆਪਣੇ ਸਿਰ 'ਤੇ ਬਹੁਤਾ ਇਹਨਾਂ ਦਾ ਭਾਰ ਉਠਾਉਂਦਾ ਪਾਪਾਂ ਦਾ। ਫਿਰ ਕਹਿੰਦੇ ਨੇ ਕਿ ਸਰੀਰ ਨੂੰ ਕਹਿੰਦੇ ਨੇ ਕਿ ਵੀ ਤੂੰ ਆਪਣੇ 'ਤੇ ਕੀ ਮਾਣ ਕਰਦਾ, ਵੀ ਤੈਨੂੰ ਮੈਂ ਮਿੱਟੀ ਦੇ ਉੱਤੇ, ਧਰਤੀ ਦੇ ਮਿੱਟੀ ਵਾਂਗ, ਸਵਾਹ ਵਾਂਗ ਕਹਿੰਦੇ ਤੈਨੂੰ ਰੋਲਦੀ ਦੇਖਿਆ, ਵੀ ਤੂੰ ਕਿਸ ਚੀਜ਼ ਦਾ ਮਾਣ ਕਰ ਰਹੀ ਆਂ। ਸੁਣ ਸੁਣ ਸਿੱਖ ਹਮਾਰੀ, ਸੁਕਿਰਤ ਕੀਤਾ ਰਹਿਸੀ ਮੇਰੇ ਜੀਅੜੇ, ਬਹੁੜ ਨਾ ਆਵੈ ਵਾਰੀ ਰਹਾਓ। ਕਹਿੰਦੀ ਹੈ ਮੇਰੀ ਜਿੰਦੇ, ਇੱਕ ਸਿੱਖਿਆ ਸੁਣ, ਜੇ ਚੰਗੇ ਕੰਮ ਕਰੇਂਗੀ, ਸੁਕਿਰਤ ਚੰਗੀ ਕਿਰਤ ਕਰੇਂਗੀ, ਫੇਰ ਹੀ ਜੰਮਣ ਮਰਨ ਦੇ ਚੱਕਰ ਤੋਂ ਬਚ ਜਾਏਗੀ, ਨਹੀਂ ਫਿਰ ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਏਗੀ। ਕਹਿੰਦੇ ਜਿਹੜੀ ਇਹ ਮਨੁੱਖਾ ਦੇਹੀ ਮਿਲੀ ਆ ਨਾ, ਇਹ ਬੜੀ ਮੁਸ਼ਕਿਲ ਨਾਲ ਮਿਲੀ ਆ, ਫਿਰ ਇਹਦੀ ਵਾਰੀ ਆਵੇ ਕਿ ਨਾ ਆਏ। ਹੁਣ ਆਈ ਆ ਤਾਂ ਉਹਦਾ ਨਾਂ ਜਪ ਲਾ। ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੈ ਪਰਾਈ, ਝੂਠੀ ਲਾ ਇਤਵਾਰੀ, ਵੇਲ ਪਰਾਈ ਜੋਹੇ ਜੀੜੈ, ਕਰੈ ਚੋਰੀ ਬੁਰਿਆਰੀ, ਹੰਸ ਚੱਲਿਆ ਤੂੰ ਪਿੱਛੇ ਰਹੀਐ, ਛੁੱਟੜ ਹੋਈਐ ਨਾਰੀ। ਫਿਰ ਕਹਿੰਦੇ ਹੇ ਮੇਰੀ ਕਾਇਆ, ਹੇ ਮੇਰੇ ਸਰੀਰ, ਮੇਰੀ ਇੱਕ ਸਿੱਖਿਆ ਸੁਣ, ਤੂੰ ਕਿਉਂ ਕਹਿੰਦੇ ਨਿੰਦਿਆ ਕਰਨ ਦੇ ਵਿੱਚ, ਝੂਠੀਆਂ ਗੱਲਾਂ ਕਰਨ ਦੇ ਵਿੱਚ, ਪਰਾਈ ਨਿੰਦਿਆ ਕਰਨ ਦੇ ਵਿੱਚ ਲੱਗੀ ਹੋਈਆਂ। ਜੀਵ ਕਹਿੰਦੇ ਦੂਸਰੀ ਇਸਤਰੀ ਵੱਲ ਦੇਖ ਕੇ ਕਹਿੰਦੇ ਮਾੜੀ ਨਜ਼ਰ ਰੱਖਦਾ, ਚੋਰੀ ਕਰਦਾ, ਕਹਿੰਦੇ ਕਿਉਂ ਇਹਨਾਂ ਕੰਮਾਂ ਵਿੱਚ ਪੈ ਗਿਆ। ਜਦੋਂ ਜੀਵ ਆਤਮਾ ਕਹਿੰਦੇ ਚਲਿਆ ਗਿਆ ਤਾਂ ਇਹ ਜਿਹੜੀ ਸਰੀਰ ਆ ਕਹਿੰਦੇ ਇੱਕ ਛੁੱਟੜ ਨਾਰੀ ਦੀ ਤਰ੍ਹਾਂ ਇੱਥੇ ਰਹਿ ਜਾਂਦਾ, ਫਿਰ ਜਿਹਦੀ ਕੋਈ ਪੁੱਛ ਗਿੱਛ ਨਹੀਂ। ਜਿੰਨੀ ਦੇਰ ਜੀਵ ਆਤਮਾ, ਬਸ ਓਨੀ ਦੇਰ ਸਰੀਰ ਦੀ ਪੁੱਛ ਆ, ਫਿਰ ਸਰੀਰ ਦੀ ਕੋਈ ਪੁੱਛ ਗਿੱਛ ਨਹੀਂ। ਫਿਰ ਜਿਸ ਤਰ੍ਹਾਂ ਕਹਿੰਦੇ ਨਾ ਵੀ ਸਵਾਹ ਦੀ ਢੇਰੀ ਆ। ਤੂੰ ਕਾਇਆ ਰਹੀਐ ਸੁਪਨੰਤਰ, ਤੁਧ ਕਿਆ ਕਰਮ ਕਮਾਇਆ, ਕਰ ਚੋਰੀ ਮੈਂ ਜਾ ਕਿਛ ਲੀਆ, ਤਾਂ ਮਨ ਭਲਾ ਪਾਇਆ। ਫਿਰ ਆਪਣੇ ਸਰੀਰ ਨੂੰ ਕਹਿੰਦੇ ਨੇ ਕਿ ਤੂੰ ਮਾਇਆ ਦੇ ਵਿੱਚ, ਕਹਿੰਦੇ ਮਾਇਆ ਦੀ ਨੀਂਦ ਵਿੱਚ ਸੁੱਤੀ ਆ, ਤੇ ਕਿਸ ਤਰ੍ਹਾਂ ਦੇ ਤੂੰ ਕੰਮ ਕਮਾ ਰਹੀ ਆ। ਮਤਲਬ ਤੂੰ ਕੋਈ ਚੰਗਾ ਕੰਮ ਨਹੀਂ ਕਰ ਰਹੀ। ਜੋ ਕੁਛ ਕਹਿੰਦੇ ਮਾੜਾ ਕੰਮ ਕਰਕੇ ਵੀ ਮੈਂ ਚੋਰੀ ਵਗੈਰਾ ਕਰਦਾ, ਮਾੜਾ ਕੰਮ ਕਰਦਾ, ਸਰੀਰ ਦਾ ਜਿਹੜੀ ਅੰਦਰ ਬੈਠੀ ਜਿੰਦਾ ਕਹਿੰਦੇ ਉਹਨੂੰ ਚੰਗਾ ਲੱਗ ਰਿਹਾ। ਪਰ ਫਿਰ ਕੀ ਹੁੰਦਾ, ਹਲਤ ਨਾ ਸੋਭਾ ਪਲਤ ਨਾ ਢੋਈ, ਅਹਿਲਾ ਜਨਮ ਗਵਾਇਆ। ਫਿਰ ਜੋ ਜੀਵ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਮਾੜੇ, ਫਿਰ ਉਹਨਾਂ ਦੀ ਇੱਥੇ ਲੋਕ ਵਿੱਚ ਵੀ ਕੋਈ ਉਹਨਾਂ ਦੀ ਸੋਭਾ ਨਹੀਂ, ਅਤੇ ਪਰਲੋਕ ਲਈ ਵੀ ਉਹਨਾਂ ਨੇ ਕੋਈ ਚੰਗਾ ਪ੍ਰਬੰਧ ਨਹੀਂ ਕੀਤਾ, ਨਾਲ ਚੰਗੀ ਕਮਾਈ ਲਿਜਾਣ ਦਾ। ਫਿਰ ਉਹਨਾਂ ਦਾ ਸਾਰਾ ਜਿਹੜਾ ਜਨਮ ਆ ਵਿਅਰਥ ਚਲੇ ਗਿਆ। ਹਉ ਖਰੀ ਦੁਹੇਲੀ ਹੋਈ ਬਾਬਾ, ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਓ। ਫਿਰ ਉਹ ਜੀਵ ਜਿਹਨੇ ਕੋਈ ਚੰਗੇ ਕੰਮ ਨਹੀਂ ਕੀਤੇ, ਫਿਰ ਕਹਿੰਦਾ ਕਿ ਵੀ ਮੇਰੀ ਜਿਹੜੀ ਮਾੜੇ ਕੰਮਾਂ ਦੇ ਕਰਕੇ ਮੇਰੀ ਬੜੀ ਮਾੜੀ ਹਾਲਤ ਹੋਈ ਆ। ਫਿਰ ਕਹਿੰਦੀ ਕਿ ਵੀ ਇਸ ਮਾੜੇ ਕੰਮਾਂ ਕਰਕੇ ਮੇਰੀ ਕੋਈ ਪੁੱਛ ਗਿੱਛ ਨਹੀਂ। ਨਾਨਕ ਜੀ ਕਹਿੰਦੇ ਨੇ ਕਿ ਜਿਹੜਾ ਮਾੜਾ ਜੀਵ ਮਾੜੇ ਕੰਮ ਕਰਦਾ, ਫਿਰ ਉਹਦੀ ਕੋਈ ਪੁੱਛ ਗਿੱਛ ਨਹੀਂ ਹੁੰਦੀ, ਕੋਈ ਸ਼ੋਭਾ ਨਹੀਂ ਗੀ। ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ, ਕਿਸ ਹੀ ਨਾਲ ਨ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਕੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਕਹਿੰਦੇ ਜੀਵ ਚੰਗੇ ਘੋੜੇ, ਸੋਨਾ ਚਾਂਦੀ, ਕੱਪੜੇ, ਇਹਨਾਂ ਦਾ ਭਾਰ ਇਕੱਠਾ ਕਰਦਾ ਰਹਿੰਦਾ, ਪਰ ਇਹ ਨਹੀਂ ਦੇਖਦਾ ਕਿ ਇਹ ਸਭ ਕੁਛ ਇੱਥੇ ਹੀ ਰਹਿ ਜਾਂਦਾ। ਨਾਲ ਚੱਲਣ ਲੱਗਿਆਂ ਇਹਨਾਂ ਵਿੱਚੋਂ ਕੁਛ ਵੀ ਨਹੀਂ ਜਾਣਾ। ਨਾਲ ਕੀ ਜਾਣਾ, ਕਹਿੰਦੇ ਵੀ ਮੈਂ ਸਾਰੇ ਮੇਵੇ, ਸਭ ਕੂਜੇ, ਸਭ ਚੀਜ਼ਾਂ ਦਾ ਕਹਿੰਦੇ ਸਵਾਦ ਚੱਖਿਆ, ਪਰ ਕਹਿੰਦੇ ਜੋ ਮਿਠਾਸ ਤੇਰੇ ਅੰਮ੍ਰਿਤ ਨਾਮ ਦੇ ਵਿੱਚ ਆ, ਉਹ ਕਿਸੇ ਚੀਜ਼ 'ਚ ਮਿਠਾਸ ਨਹੀਂ, ਅਤੇ ਨਾਲ ਵੀ ਉਹਨੇ ਜਾਣਾ। ਮਿੱਠਾ ਵੀ ਉਹੀ ਆ ਅਤੇ ਨਾਲ ਵੀ ਉਹਨੇ ਜਾਣਾ।
ਦੇ ਦੇ ਨੀਵ ਦੀਵਾਲ ਉਸਾਰੀ, ਪਸ ਮੰਦਰ ਕੀ ਢੇਰੀ। ਸਾਂਚੇ ਸੰਚ ਨ ਦੇਈ ਕਿਸ ਹੀ, ਅੰਧ ਜਾਣੈ ਸਭ ਮੇਰੀ। ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੇ ਨਾ ਕੇਰੀ। ਕਹਿੰਦੇ ਜੀਵ ਹੇਠਾਂ ਕਹਿੰਦੇ ਨੀਹਾਂ ਨੂੰ ਚੰਗੀਆਂ ਮਤਲਬ ਬਣਾ ਕੇ ਆਪਣੇ ਘਰ ਉਸਾਰਦਾ, ਨੀਹਾਂ ਦੇ ਦੇ ਕੇ। ਫਿਰ ਕਹਿੰਦੇ ਕੀ ਹੁੰਦਾ, ਜਦੋਂ ਜਾਣ ਲੱਗਿਆ ਉਹਦੇ ਤਾਂ ਉਹ ਕੰਮ ਨਹੀਂ ਹੈਗਾ, ਫਿਰ ਉਹਦੇ ਲਈ ਤਾਂ ਇੱਕ ਸਵਾਹ ਦਾ ਮੰਦਰ ਜਿਵੇਂ ਹੈਗਾ ਉਹ ਘਰ ਬਣ ਜਾਂਦਾ ਕਿ ਨਾਲ ਨਹੀਂ ਜਾਣਾ। ਜੀਵ ਆਪਣੇ ਜੀਵਨ ਦੇ ਦੌਰਾਨ ਮਾਇਆ ਇਕੱਠੀ ਕਰਦਾ, ਪਰ ਕਿਸੇ ਨੂੰ ਦਿੰਦਾ ਨਹੀਂ ਵੀ ਮੇਰੀ ਆ ਕਰਕੇ। ਇਹ ਨਹੀਂ ਸਮਝਦਾ ਵੀ ਇਹ ਮੇਰੇ ਨਾਲ ਤਾਂ ਜਾਣੀ ਨਹੀਂ, ਮੇਰੀ ਤਾਂ ਉਹੀ ਚੀਜ਼ ਹੋਈ ਜਿਹੜੀ ਮੇਰੇ ਨਾਲ ਸਦਾ ਰਹਿਣੀ ਆ, ਅਤੇ ਫਿਰ ਇਹ ਮੇਰੀ ਕਿਹੋ ਜਿਹੀ ਇੱਥੇ ਰਹਿ ਜਾਣੀ ਆ। ਕਹਿੰਦੇ ਸੋਨੇ ਦੀ ਲੰਕਾ ਦੀ, ਸੋਨੇ ਦੇ ਮਹਿਲ ਸੀਗੇ ਰਾਵਣ ਦੇ, ਉਹ ਨਹੀਂ ਨਾਲ ਗਏ ਹੈਗੇ, ਅਤੇ ਤੂੰ ਆਪਣੀ ਇਹ ਛੋਟੀ ਜਿਹੀ ਕਹਿੰਦੇ ਵੀ ਇਕੱਠੀ ਕੀਤੀ ਹੋਈ ਜਾਇਦਾਦ ਨੂੰ ਸਮਝਦਾ ਹੈ ਵੀ ਮੇਰੀ ਨਾਲ ਜਾਣੀ ਆ, ਵੀ ਏਡੇ ਏਡੇ ਮਹਿਲ ਨਹੀਂ ਨਾਲ ਗਏ। ਸੁਣ ਮੂਰਖ ਮਨ ਅਜਾਣਾ, ਹੋਗ ਤਿਸੇ ਕਾ ਪਾਣਾ ਰਹਾਓ। ਫਿਰ ਜੀਵ ਨੂੰ ਕਹਿੰਦੇ ਨੇ ਕਿ ਹੇ ਮੇਰੇ ਮਨ, ਆਣੇ ਮਨ, ਕਹਿੰਦੇ ਵੀ ਜੋ ਕੁਛ ਵਰਤ ਰਿਹਾ ਉਹ ਪਰਮਾਤਮਾ ਦਾ ਭਾਣਾ ਵਰਤ ਰਿਹਾ, ਸਭ ਕੁਛ ਉਸੇ ਦੇ ਹਿਸਾਬ ਨਾਲ ਹੀ ਹੋਣਾ ਹੈ, ਬਸ ਤੂੰ ਉਹਦਾ ਨਾਂ ਜਪ। ਸਾਹਾ ਹਮਾਰਾ ਠਾਕੁਰ ਪਾਰਾ, ਹਮ ਤਿਸ ਕੇ ਵਣਜਾਰੇ। ਜੀਓ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜੀ ਵਾਲੇ। ਕਹਿੰਦੇ ਉਹ ਪਰਮਾਤਮਾ ਸਾਡਾ ਵੱਡਾ ਸ਼ਾਹੂਕਾਰ ਆ, ਬਹੁਤ ਵੱਡਾ, ਅਸੀਂ ਉਹਦੇ ਵਣਜਾਰੇ ਆ ਇੱਥੇ ਭੇਜੇ ਹੋਏ। ਵਣਜ ਕਾਹਦਾ ਕਰਨਾ, ਉਹਦੇ ਨਾਮ ਦਾ ਵਣਜ ਕਰਨ ਲਈ ਸਾਨੂੰ ਉਹਨੇ ਭੇਜਿਆ। ਸਾਨੂੰ ਉਹਨੇ ਸਰੀਰ ਦਿੱਤਾ, ਜਿੰਦ ਪਾਈ ਆ ਵਿੱਚ, ਇਹ ਸਭ ਕੁਛ ਉਹਦੀ ਪੂੰਜੀ ਆ। ਉਹਦਾ ਜੀਅ ਕਰਦਾ ਸਾਨੂੰ ਮਾਰ ਸਕਦਾ, ਉਹਦਾ ਜੀਅ ਕਰਦਾ ਸਾਨੂੰ ਜਿਵਾਲ ਸਕਦਾ, ਉਹਦਾ ਜੀਅ ਕਰਦਾ ਸਾਨੂੰ ਆਤਮਿਕ ਮੌਤ ਆ, ਉਹਦਾ ਜੀਅ ਕਰਦਾ ਸਾਨੂੰ ਆਤਮਿਕ ਜੀਵਨ ਮਿਲਦਾ। ਸਭ ਕੁਛ ਉਸ ਦੇ ਹੱਥ ਵਿੱਚ ਆ। ਫਿਰ ਸਾਡੇ ਲਈ ਕੀ ਫੱਬਦਾ, ਉਹਦਾ ਨਾਮ ਜਪੀਏ, ਉਹਦੀ ਪ੍ਰਸੰਨਤਾ ਦੇ ਪਾਤਰ ਬਣੀਏ, ਕਿਤੇ ਉਹਦੀ ਰਹਿਮਤ ਹੋ ਜਾਏ। ਗੌੜੀ ਚੇਤੀ ਮਹੱਲਾ ਪਹਿਲਾ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮਦਲ ਬਿਖਮ ਕਨਾ ਰਹਾਓ। ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਕਹਿੰਦਾ ਕਿ ਅੰਦਰ ਸਰੀਰ 'ਚ ਵੀ ਮਨ ਕਹਿੰਦਾ ਵੀ ਇੱਕ ਮੈਂ ਮਨ ਇੱਕ ਪਾਸੇ ਆ, ਬਾਕੀ ਜਿਹੜੇ ਪੰਜ ਇਸ ਸਰੀਰ ਨੂੰ ਲੁੱਟਣ ਵਾਲੇ ਨੇ ਉਹ ਇੱਕ ਪਾਸੇ ਨੇ, ਵੀ ਉਹਨਾਂ ਦੇ ਅੱਗੇ ਮੇਰੀ ਕੁਛ ਨਹੀਂ ਚੱਲਦੀ ਹੈਗੀ, ਵੀ ਮੈਂ ਕਿਹਦੇ ਅੱਗੇ ਪੁਕਾਰ ਕਰਾਂ ਕਿ ਵੀ ਮੈਨੂੰ ਉਹਦੇ ਤੋਂ ਉਹਨਾਂ ਤੋਂ ਬਚਾ ਦਿਓ। ਮਨ ਦੇ ਵਿੱਚ ਜਿਹੜੇ ਪੰਜ ਵਿਕਾਰ ਬੈਠੇ ਨੇ, ਉਹ ਕਹਿੰਦੇ ਵੀ ਜੀਵ ਕਹਿੰਦਾ ਵੀ ਮੇਰਾ ਜੀਵਾਤਮਾ ਵੀ ਉਹ ਪੰਜ ਨੇ, ਮੈਂ ਇਕੱਲਾ, ਅਤੇ ਵੀ ਉਹ ਮੇਰੇ 'ਤੇ ਭਾਰੂ ਨੇ, ਵੀ ਮੈਂ ਉਹਨਾਂ ਤੋਂ ਆਪਣਾ ਪਿੱਛਾ ਛੁਡਾਉਣ ਲਈ ਕਿਹਦੇ ਅੱਗੇ ਕਹਿੰਦੇ ਅਰਦਾਸ ਕਰਾਂ। ਫਿਰ ਆਪੇ ਹੀ ਕਹਿੰਦੇ ਨੇ ਸ੍ਰੀ ਰਾਮ ਨਾਮਾ ਉਚਰ ਮਨਾ, ਕਹਿੰਦੇ ਹੇ ਮਨ, ਜੇ ਉਹਨਾਂ ਤੋਂ ਬਚਣਾ ਤਾਂ ਉਹਦਾ ਨਾਮ ਕਹਿੰਦੇ ਲੈ, ਫਿਰ ਤੂੰ ਬਚ ਜਾਏਗਾ। ਸਿਰਫ ਨਾਮ ਹੀ ਤੇਰੀ ਰਾਖੀ ਕਰ ਸਕਦਾ। ਕਿਹਦਾ ਨਾਮ? ਪਰਮਾਤਮਾ ਦਾ ਨਾਮ। ਫਿਰ ਕਹਿੰਦੇ ਜੇ ਪਰਮਾਤਮਾ ਦਾ ਨਾਮ ਲਏਗਾ, ਇਹਨਾਂ ਤੋਂ ਵੀ ਬਚੇਗਾ ਅਤੇ ਅੱਗੇ ਵੀ ਬਚੇਗਾ। ਅੱਗੇ ਕੌਣ ਖੜਾ? ਜਮਦਲ, ਧਰਮਰਾਜ ਦਾ, ਜਮਰਾਜ ਦਾ ਵੱਡੀ ਫੌਜ ਆ ਕਹਿੰਦੇ, ਉਹ ਵੀ ਅੱਗੇ ਖੜੀ ਆ। ਉਹਨੇ ਵੀ ਫਿਰ ਕਹਿੰਦੇ ਤੇਰਾ ਹਿਸਾਬ ਕਿਤਾਬ ਕਰਨਾ, ਪਰ ਜੇ ਨਾਮ ਲਿਆ ਹੋਊਗਾ, ਇਹ ਨਾਮ ਦੀ ਟਿਕਟ ਦਿਖਾ ਕੇ ਅੱਗੇ ਲੰਘ ਜਾਏਗਾ। ਰਹਾਓ ਉਸਾਰ ਮਡੋਲੀ ਰਾਖੈ ਦੁਆਰਾ, ਭੀਤਰ ਬੈਠੀ ਸਾਤਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਰ ਸੋ ਪੰਚ ਜਨਾ। ਕਹਿੰਦੇ ਵੀ ਪਰਮਾਤਮਾ ਨੇ ਇਹ ਸਰੀਰ ਦੀ
ਜਿਹੜਾ ਮੜੋਲੀ ਬਣਾ ਦਿੱਤੀ ਆ, ਤੇ ਵਿੱਚ ਕਹਿੰਦੇ ਉਹ ਜੀਵ ਇਸਤਰੀ ਬੈਠੀ ਆ। ਤੇ ਜਿਹੜੀ ਜੀਵ ਇਸਤਰੀ ਆ ਉਹ ਸੋਚਦੀ ਆ ਵੀ ਜਿਹੜੀ ਇਹ ਜ਼ਿੰਦਗੀ ਆ ਇਹ ਮਤਲਬ ਸਦਾ ਲਈ ਆ, ਤੇ ਇਸ ਕਰਕੇ ਉਹ ਸੰਸਾਰ ਦੇ ਜਿਹੜੇ ਪਦਾਰਥਕ ਭੋਗਾਂ ਦੇ ਵਿੱਚ ਗਲਤਾਨ ਆ। ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਅੰਦਰ 5 ਲੁਟੇਰੇ ਨੇ ਜਿਹੜੇ ਕਾਮਾਦਿਕ ਤੇ ਉਹਦੀ ਰਾਸ ਪੂੰਜੀ ਨੂੰ ਅੰਦਰੋਂ ਲੁੱਟ ਰਹੇ ਨੇ, ਉਹਦੇ ਗੁਣਾਂ ਨੂੰ। ਢਾਹੇ ਮੜੋਲੀ ਲੂਟਿਆ ਦੇਹਰਾ, ਸਾ ਤਨ ਪਕੜੀ ਏਕ ਜਨਾ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ 5 ਜਨਾ। ਜਦੋਂ ਕਹਿੰਦੇ ਵੀ ਇਹ ਸਰੀਰ ਰੂਪੀ ਮੜੋਲੀ ਮਤਲਬ ਟੁੱਟ ਗਈ, ਜਦੋਂ ਅੰਤ ਦਾ ਟਾਈਮ ਆਇਆ ਟੁੱਟ ਗਈ, ਤਾਂ ਫਿਰ ਕੀ ਹੋਇਆ? ਜਮ ਦਾ ਜਦੋਂ ਡੰਡਾ ਸਿਰ 'ਤੇ ਪਿਆ, ਜਿਹੜੇ ਉਹ 5 ਵਿਕਾਰ ਸੀ ਉਹ ਤਾਂ ਭੱਜ ਗਏ। ਫਿਰ ਫੜਿਆ ਗਈ ਕਿਆ? ਜਿੰਦ ਫੜੀ ਗਈ। ਫਿਰ ਹੁਣ ਜਿਹੜੇ ਕੀਤੇ ਹੋਏ ਕੰਮ ਨੇ ਉਹਦਾ ਹਿਸਾਬ ਕਿਹਨੂੰ ਦੇਣਾ ਪੈਣਾ? ਜਿੰਦ ਨੂੰ। ਕਾਮਨ ਲੋਇੜੇ ਸੋਇ ਨਾ ਰੂਪਾ, ਮਿੱਤਰ ਲੁੜੇਨ ਸੁਖਾਦਾ ਤਾ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜਮਪੁਰ ਬਾਧਾ ਤਾ। ਫਿਰ ਨਾਨਕ ਜੀ ਕਹਿੰਦੇ ਨੇ ਵੀ ਜੀਵਨ ਦੇ ਦੌਰਾਨ ਇਸਤਰੀ ਪਤੀ ਕੋਲੋਂ ਹਮੇਸ਼ਾ ਸੋਨਾ ਰੁਪਇਆ ਸਭ ਕੁਛ ਇਹ ਮੰਗਦੀ ਰਹਿੰਦੀ ਆ, ਤੇ ਜਿਹੜੇ ਮਿੱਤਰ ਦੋਸਤ ਨੇ ਉਹ ਖਾਣ ਲਈ ਪਦਾਰਥ ਮੰਗਦੇ ਨੇ, ਤੇ ਜੀਵ ਇਹਨਾਂ ਲਈ ਮਾੜੇ ਕੰਮ ਕਰਕੇ ਵੀ ਫਿਰ ਕਮਾਈ ਕਰਦਾ। ਫਿਰ ਕਹਿੰਦੇ ਜਿਹੜਿਆਂ ਦੇ ਲਈ ਇਹ ਮਾੜੇ ਕੰਮ ਕਰਦਾ ਉਹਨਾਂ ਨੇ ਤਾਂ ਇਹ ਹਿਸਾਬ ਦੇਣਾ ਨਹੀਂ ਮਾੜੇ ਕੰਮਾਂ ਦਾ। ਫਿਰ ਜਿਨ੍ਹਾਂ ਲਈ ਪਾਪ ਕੀਤੇ ਨੇ ਉਹਨਾਂ ਨੇ ਤਾਂ ਹਿਸਾਬ ਪਾਪਾਂ ਦਾ ਦੇਣ ਲਈ ਆਉਣਾ ਨਹੀਂ ਗਾ। ਕਿਹਨੂੰ ਦੇਣਾ ਪੈਣਾ? ਜੀਵ ਨੂੰ ਆਪ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜਮਪੁਰ ਬਾਧਾ ਤਾ। ਜਿਨ੍ਹਾਂ ਲਈ ਪਾਪ ਕਰਕੇ ਜਮ ਦੇ ਦੇਸ਼ ਗਿਆ ਉਹਨਾਂ ਨੇ ਤਾਂ ਉੱਥੇ ਆ ਕੇ ਛਡਾਉਣਾ ਨਹੀਂ। ਫਿਰ ਕਿਉਂ ਇਹ ਪਾਪ ਕਰਨੇ ਹੋਏ? ਫਿਰ ਤਾਂ ਇਹੀ ਆ ਕਿ ਸਭ ਸੁਕਿਰਤ ਹੋਏ, ਸਭ ਵਾਹਿਗੁਰੂ ਦਾ ਨਾਮ ਹੋਏ, ਚੰਗੇ ਕੰਮ ਹੋਣ, ਚੰਗਾ ਆਚਰਣ ਹੋਏ, ਚੰਗੀ ਕਰਨੀ ਹੋਏ, ਸਭ ਲਈ ਉਹਦੇ ਅੱਗੇ ਅਰਦਾਸ ਹੋਏ ਕਿ ਵਾਹਿਗੁਰੂ ਜੀ ਤੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖ, ਤੂੰ ਗੁਰੂ ਤੋਂ ਨਾਮ ਦਾ ਦਾਨ ਦਵਾ, ਤੂੰ ਸਿਰ 'ਤੇ ਮੇਰਾ ਭਰਿਆ ਹੱਥ ਰੱਖ, ਉਦਮ ਬਖਸ਼। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਮਾਫ਼ ਕਰਨੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦਿਓ ਜੀ। ਅੱਗੇ ਤੋਂ ਸਮੱਤ ਦਿਓ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।